मेरी हाथ जोड़ के बेनती है कि साड़ी सोसाइटी ਨੂੰ ਬਜਾਏ ਬਾਕੀ ਤਾਂ ਕੰਮ ਚੱਲਦੇ ਨੇ ਟਰੱਕਾਂ ਦੇ ਬਾਕੀ ਤੂੰ ਮੈਂ ਸਭ ਕੁਝ ਚੱਲਦਾ ਰਹਿੰਦਾ ਕੋਈ ਚੱਕਰ ਨਹੀਂ ਅਸੀਂ ਸਾਰੇ ਇਕੱਠੇ ਆ ਕਿ ਸਾਡੀ ਸੁਸਾਇਟੀ ਬਚਾਈ ਜਾਵੇ ਆ ਮੇਨ ਕੰਮ ਸਾਡਾ ਇਹੀ ਹੈ ਬਾਕੀ ਕੋਈ ਟੈਨਸ਼ਨ ਨਹੀਂ ਸਾਨੂੰ ਮੰਤਰੀ ਸਾਹਿਬ ਨੇ ਸਾਨੂੰ ਇਹੀ ਆਸ਼ਵਾਸਨ, ਉਹ ਤਾਂ ਪਹਿਲਾਂ ਵੀ ਇਹੀ ਆਸ਼ਵਾਸਨ ਉਹ ਹੁੰਦੇ ਜਿਹੜੇ ਲਿਖਤੀ ਰੂਪ ਵਿੱਚ ਹੁੰਦੇ। ਉਹ ਕਹਿੰਦੇ ਵੀ ਅਸੀਂ ਇੱਥੇ ਨੀਚੇ ਬੈਠ ਜਾਂਦੇ ਆ, ਨੀਚੇ ਬੈਠ ਕੇ ਵੀ ਅਸੀਂ ਕਹਿੰਦੇ ਵੀ ਭਾਈ ਸਾਨੂੰ ਲੋੜ ਨਹੀਂ ਹਲੇ ਬਿਠਾਉਣ ਦੀ, ਜਦ ਦਿਨ ਸਾਡੇ ਹੱਥ ਖੜੇ ਹੋ ਜੂਗੇ ਉਦੋਂ ਤੁਹਾਨੂੰ ਦੇਖ ਲੂਗੇ ਭਾਈ ਬਿਠਾਲ ਕੇ ਜੇ ਤੂੰ ਔਖੇ ਵੇਲੇ ਸਾਡਾ ਕਰਦੇ ਔਖਾ ਵੇਲਾ ਸਾਡੇ ਨਾਲ ਹੁਣ ਇਸ ਤਰ੍ਹਾਂ ਚੱਲਿਆ ਕਰਦਾ। मैं भी क्या मैं थोड़े सामने जी मैं जेडी चिट्ठी लिखी ਉਹਦੇ ਵਿੱਚ ਲਿਖਿਆ मैं कहा जी मेरे ते एहसान भी ये भी लिखिया जी 1 ਲੱਖ ਰੁਪਏ ਮੇਰੀ ਤਨਖਾਹ ਹੈ ਜੀ ਉਹਦੇ ਵਿੱਚੋਂ ਮੇਰੀ 50-60 ਹਜ਼ਾਰ ਰੁਪਏ ਦੀ ਕਿਸ਼ਤ ਆ ਜਾਂਦੀ ਉਹਦੇ ਵਿੱਚੋਂ ਜੋ ਬਚਦਾ ਜੇ ਤੁਹਾਨੂੰ ਲੱਗਦਾ ਵਕੀਲ ਵਾਸਤੇ ਵੀ ਮੇਰੇ ਦਾ ਯੋਗਦਾਨ ਪਾਉਣਾ ਉੱਥੇ ਵੀ ਮੈਂ ਤਿਆਰ ਬੈਠਾ। ਮੈਨੂੰ ਡਰ ਲੱਗਦਾ ਕਿ ਚਲੋ ਇੱਥੇ ਅੱਜ ਤੱਕ ਜਿਹੜਾ ਵੀ ਪ੍ਰਧਾਨ ਬਣੇ ਉਹਨੇ ਇਸ ਯੂਨੀਅਨ ਦਾ ਬੇੜਾ ਗਰਕ ਕੀਤਾ ਜੀ ਅੱਜ ਤੱਕ ਬੇੜਾ ਗਰਕ ਕੀਤਾ ਜੀ। ਮੈਨੂੰ ਇਹ ਡਰ ਲੱਗਦਾ ਕਿ ਨਹੀਂ ਇੱਥੇ ਜਿਹੜਾ ਭਲਾ ਹੋਣਾ ਚਾਹੀਦਾ ਤਾਂ ਕਰਕੇ ਆ ਜਦੋਂ ਆਪਾਂ ਨੂੰ ਕਰਿਆ ਉਹਦਾ ਵੀ ਹੱਲ ਕਰਦੇ ਆ ਤੇ ਆਪਸੀ ਟਸਲਬਾਜੀ ਵੀ ਆਪਾਂ ਖਤਮ ਕਰਦੇ ਆ। ਮੈਂ ਤੁਹਾਡੇ ਨਾਲ ਆ ਜੀ ਵਿੱਚ ਬੈਠਣ ਨੂੰ ਤਿਆਰ ਆ ਮੇਰੇ ਤੋਂ ਕੁਝ ਸਾਈਨ ਕਰਾਉਣਾ ਕੁਝ ਵੀ ਕੋਰੇ ਕਾਗਜ਼ ਤੇ ਸਾਈਨ ਕਰਾ ਲਓ ਇਸ ਤੋਂ ਵੱਡੀ ਮੈਂ ਗੱਲ ਆ ਲਓ ਅੱਜ ਕਰਾਉਣਾ ਅੱਜ ਕਰਾ ਲਓ। ਨਾ ਤੁਹਾਡੇ ਐਮਐਲਏ ਕੋਲ ਹੈਗੀ ਰਿਓਜ਼ ਮਹਿਨ ਜੀ ਕਹਿੰਦੇ ਜੋ ਕੁਝ ਕਰਨਾ ਉਹਨਾਂ ਨੇ ਕਰਨਾ ਇਹ ਉਹਨਾਂ ਕੋਲ ਜਾਓ ਜੀ। ਸੋ ਸਹੀ ਗੱਲ ਹੈ ਜੋ ਕੁਝ ਕਰਾਇਆ ਤੁਸੀਂ ਠੀਕ ਕਰਾਇਆ ਤੁਹਾਡਾ ਬਹੁਤ ਧੰਨਵਾਦ। ਜੋ ਸਰ ਤੁਸੀਂ ਕਹਿ ਰਹੇ ਇਦਾਂ ਦੀ ਕੋਈ ਗੱਲ ਹੈ ਨਹੀਂ ਇਦਾਂ ਦੀ ਭਾਈ ਤੁਸੀਂ ਕਹਿ ਰਹੇ ਨਾ ਭਾਈ ਇਦਾਂ ਹੁੰਦਾ ਕੋਈ ਮੈਂ ਚਲੋ ਇਹ ਗੱਲਾਂ ਕਰਨ ਲਈ ਦਮ ਚਾਹੀਦਾ ਜੀ ਮੇਰੇ ਤੋਂ ਤੁਸੀਂ ਕਰਾ ਲਿਓ ਜੇ ਤੁਹਾਨੂੰ ਲੱਗਿਆ। ਮੈਂ ਆਪਣੇ ਮੁੱਖ ਮੰਤਰੀ ਨੂੰ ਬੇਨਤੀ ਕਰ ਲਈ ਜੀ ਹੱਥ ਜੋੜ ਕੇ ਬੇਨਤੀਆਂ ਕਰ ਲਈਆਂ ਚਿੱਠੀਆਂ ਲਿਖਣੀਆਂ ਜਿੱਥੇ ਤੁਹਾਨੂੰ ਲੋੜ ਹੈ ਮੈਂ ਨਾਲ ਪੰਗਾ ਤਾਂ ਪਿਆ ਜਿਹੜਾ ਅੰਬੂਜਾ ਪਿੱਛੇ ਧਰਨਾ ਲੱਗਿਆ ਸੀ ਉਹਦੇ ਕਰਕੇ ਅਸਲੀ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਬਹੁਤ ਸ਼ਿਕਾਇਤਾਂ ਆਉਂਦੀਆਂ ਜੀ। ਮੈਂ ਕਿਹਾ ਜੀ ਹੁਣ ਕੋਈ ਸ਼ਿਕਾਇਤ ਨਹੀਂ ਆਊਗੀ ਅਸੀਂ ਜੋ ਤੁਸੀਂ ਸਾਨੂੰ ਕਹੋਗੇ ਸਾਡੀ ਜ਼ਿੰਮੇਵਾਰੀ ਹੈ ਮੈਂ ਕਹੂੰਗਾ ਜਾ ਕੇ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਨਹੀਂ ਅਸੀਂ ਇਹਨੂੰ ਭੰਗ ਕਰਾਂਗੇ 6 ਮਹੀਨੇ ਵਧੀਆ ਬਿਹੇਵ ਕਰਨ ਫਿਰ ਦੇਖ। ਮੈਂ ਕਿਹਾ ਨਹੀਂ ਤੁਸੀਂ ਸਾਨੂੰ 6 ਮਹੀਨੇ ਸਾਨੂੰ ਕੰਮ ਕਰਕੇ ਦੇਖੋ ਸਾਨੂੰ 6 ਮਹੀਨੇ ਕੰਮ ਕਰਕੇ ਦੇਖਣ ਦਿਓ ਜੇ ਸਾਡੇ 'ਚ ਕਮੀ ਪੇਸ਼ੀ ਹੋਈ ਤੁਸੀਂ ਜੋ ਫੈਸਲਾ ਕਰ ਦਿਓ। ਕਹਿੰਦੇ ਚਲੋ ਦੇਖਦੇ ਹਾਂ। ਮੈਂ ਤਾਂ ਸਿੱਧੀ ਗੱਲ ਕਰਤੀ ਵੀ ਮੰਤਰੀ ਸਾਹਿਬ ਨੂੰ ਸਾਡੇ ਨਾਲ ਜੋ ਵੀ ਮਿਲਣਾ ਗਿਲਣਾ ਹੈ ਸਾਨੂੰ ਟਾਈਮ ਟੂ ਟਾਈਮ ਮਿਲਣਾ ਚਾਹੀਦਾ। 3-4 ਘੰਟੇ ਦਾ ਅਸੀਂ ਜ਼ਿਕਰ ਵੀ ਕਰਤਾ ਜੀ ਤੁਹਾਡੇ ਸਾਹਮਣੇ ਇੱਧਰ ਪਹਿਲਾਂ ਵੀ ਮੈਂ ਬੋਲ ਚੁੱਕਿਆ। ਜਿਹੜੀ ਆਸ ਆ ਯਕੀਨ ਆ ਇਹ ਤਾਂ ਹੁਣ ਦੇਖਣੇ ਪੈਣਾ ਸਾਨੂੰ ਜਾਂ ਹੁਣ ਜੋ ਤੁਹਾਡੇ ਸਾਹਮਣੇ ਤੁਹਾਨੂੰ ਵੀ ਯਕੀਨ ਆ ਜੋ ਬੋਲਤਾ ਤੁਹਾਡੇ ਕੋਲ ਵੀ ਰਿਕਾਰਡ ਹੋ ਗਿਆ। ਕਹਿੰਦੇ ਵੀ ਨਾਲ ਧਰਨੇ ਤੇ ਵੀ ਬੈਠੂਗਾ ਜੀ ਨਾਲ ਜੇ ਧਰਨੇ ਤੇ ਬੈਠ ਕੇ ਤਾਂ ਹੋਰ ਵਧੀਆ। ਪੇਮੈਂਟਾਂ ਦਾ ਜਿਹੜਾ ਉਹ ਕਹਿ ਰਿਹਾ ਪੇਮੈਂਟਾਂ ਹਾਲੇ ਸਾਡੀਆਂ ਕੋਈ ਨਹੀਂ ਪਈਆਂ ਜੀ। ਪੇਮੈਂਟਾਂ ਹਾਲੇ 10-15% ਪੇਮੈਂਟਾਂ ਪਈਆਂ ਸਾਡੀਆਂ ਬਾਕੀ ਪੇਮੈਂਟਾਂ ਦਾ ਆਇਆ ਹੀ ਸਾਡਾ ਜਿਹੜਾ ਜਿਹੜਾ ਪ੍ਰਸ਼ਾਸਕ ਹੈ 12 ਵਜੇ ਆ ਰਿਹਾ 12 ਵਜੇ ਤੋਂ ਬਾਅਦ ਤੁਸੀਂ ਦੱਸੋ ਵੀ ਕਿਹੜੀ ਪੇਮੈਂਟ ਪੈ ਜਾਂਦੀ ਹੈ। ਫਿਰ ਮੈਂ ਦੱਸੋ ਮੈਂ ਮੂਰਖ ਹਾਂ ਜੀ ਕਹਿ ਕੇ ਜਾਉਂ ਮੈਨੂੰ ਨਹੀਂ ਦੱਸ ਨਹੀਂ ਠੀਕ ਹੈ ਬਿਲਕੁਲ ਮੇਰੇ ਤੋਂ ਬਿਨਾਂ ਪੁੱਛੇ ਕਿੱਥੇ ਬਿਲਕੁਲ ਸਹੀ ਮੇਰੇ ਤੋਂ ਬਿਨਾਂ ਪੁੱਛੇ ਕਰਦੇ ਨੇ ਜੀ। ਮੈਂ ਫਿਰ ਕਹਿੰਦਾ ਮੈਂ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਮੇਰਾ ਪਰਮਾਤਮਾ ਜਾਣਦਾ ਮੈਂ ਉਹਨੂੰ ਆਪ ਜਾ ਕੇ ਨਿੱਜੀ ਤੌਰ ਤੇ ਬੇਨਤੀ ਮੈਂ ਨਿੱਜੀ ਤੌਰ ਤੇ ਬੇਨਤੀ नमस्कार, आप देख रहे हैं पंजाब टीवी प्राइम। नंगल ट्रक ऑपरेटर सोसाइटी में आज 5वें दिन भी ट्रक ऑपरेटरों ने सरकार और प्रशासन के खिलाफ अपना रोष प्रदर्शन जारी रखा। आज हल्का विधायक हरजोत बैंस भी नंगल ट्रक सोसाइटी पहुंचे और अपने तूफानी अंदाज में उन्होंने अपना भाषण तो शुरू कर दिया, लेकिन उन्होंने पहले नंगल सोसाइटी के साथ हो रहे अन्याय के खिलाफ आवाज उठाने वाले मीडिया चैनलों पर ही सवाल खड़े कर दिए। लेकिन यह तो ट्रक ऑपरेटर भली भांति जानते हैं कि मीडिया ने ही उनकी आवाज ऊपर तक पहुंचाई है। इस अवसर पर कैबिनेट मंत्री सरदार हरजोत बैंस ने ऑपरेटरों को बताया कि उन्होंने मुख्यमंत्री पंजाब सरदार भगवंत मान को इस संबंध में पत्र लिखा है और सोसाइटी को भंग न करने की बात भी की है। उन्होंने कहा कि उनकी तरफ से 6 महीने का समय भी मुख्यमंत्री से मांगा है। उन्होंने यह भी दावा किया है कि अब तक उनकी बदौलत ही यह सोसाइटी चल रही है। इस अवसर पर वह ऑपरेटरों के सवालों में भी फंसते हुए नजर आए। फिलहाल मानयोग कोर्ट की तरफ से मार्च महीने तक सोसाइटी को राहत जरूर मिल चुकी है। आओ सुनते हैं कि इस अवसर पर हरजोत बैंस ने क्या बोला और किस प्रकार ऑपरेटरों के सवालों के जवाब दिए। वही दूसरी और सोसाइटी के ऑपरेटरों को इस आश्वासन पर कितना विश्वास है।
नंगल से पंजाब टीवी प्राइम के लिए राकेश राणा की रिपोर्ट। चोणों तो पहला भी ये गल करता सी, पिछले 7 महीनों तो भी ये गल करता रहा ते अज भी ये गल करूंगा। कईयां नूं इत्थे बैठियां नूं ये गल बहुत चुभदी है, बहुत चुभदी। मैं तुहाडा पुत्त हां, तुहाडा भाई, मैं एक आम घर दा पुत्त हां। इस धरती तो उठ के एक छोटे ਜਿਹੇ पिंड तो उठ के साडा इन्ना कसूर सी कि मेरे प्यो ने मैनूं चंगे स्कूल च पढ़ा लिया, चंगी यूनीवर्सिटियां पढ़ लिया। मैं अंग्रेजी बोल लैंदा, मैं हिंदी बोल लैंदा, मैं पंजाबी बोल लैंदा। मैं लंडन जाके पढ़िया आ। मैं अपने इलाके तो तुसीं मैनूं जिताया जी। मेरे कोल ना पैसा सी, ना मेरा कोई बड़ा परिवार सी। तुहाडे सारिਆਂ दा मैं कर्जदार हां, एक बंदे दा। इन्ना प्यार इस इलाके तो, कोई धर्म नहीं देखिया, कोई जाति नहीं देखी, कोई इलाका नहीं देखिया। इन्ने ਵੱਡੇ ਵੱਡੇ लोग सी, फिर इन्ने कई शरारती अंसर सी, इन्ने शरारती अंसर एक दो मीडिया वाले हैगे जिन्हां ने अज तक मेरे हक दे विच कोई खबर नहीं चलाई। अज तक जिंदगी च सिक्को ही काम आउंदा, चैनल खोल के देख लो कि हरजोत बैंस नूं भंडो। सच्ची गा हैगे इदां दे कि नहीं हैगे? हैगे ना जी। जिस तो सर्वे तो बाद कहंदे जी 4000 वोट पैनी नहीं। मैं कोई गल नहीं जी, मेरा रब जानदा जी, मेरी वो महामाई जानदी है। मैं सच्चा आदमी हूं, मेरा दिल सच्चा है। मेरे को कुछ भी नहीं सी, मैनूं तुसीं जिताया 58% वोटां पातीआं जी। थोड़े करके जी मैं मंत्री बने। आ जो कुछ है चंडीगढ़ कोठी मेरी जिथे जाते हो थोड़ी है जी, वो किराए ते है, ਉਹਦੇ किराए ते है। मैं किराएदार हां, मकान मालक तुसीं वो कोठी मेरे तो पहला भी किसी नूं दित्ती हुई सी। अज वो सड़कों ते लभदा। जिहड़ी प्राइवेट कोठी हुण 7 सैक्टर च लई ना, ਉਹਦੇ ਮੋਹਰੋਂ अपना नाम भी मिटाता, डरदे ने। तुसीं मालक हो जी, मेरा रब जानदा जी। मैनू गुरु घर लै जाओ, मंदिर लै जाओ, शहीदां दे लै जाओ। मैं अपने मुख मंत्री नूं, अपनी पार्टी नूं बार बार कहा, हर बारी कहा, ते मेरा रब जानदा जे अज ये सोसाइटी बची हुई है तो सिर्फ थोड़े पुत्त ते थोड़े भाई करके बची। मैं पर्सनली फोन कर करके मुख मंत्री साहब मेरे दुख इस गल दा हुंदा कि मैं थोड़े हक च आवाज करदा। इत्थे कुछ बंदे आ जिन्हां दा मकसद यूनियन बचाना नहीं है, सोसाइटी बचाना नहीं है। उन्हां दा मकसद है कि हरजोत बैंस नूं ये प्यार क्यों करते। उन्हां दा मकसद ये है, भंडदे ने। या मैं थोड़े कदी तुसीं दसो कि हरजोत बैंस ने ट्रक पा ले, मेरे किसी रिश्तेदार ने पा ले। मैं PCL तो एक बंदा कह देवे मेरे भाणे तुसीं उस कंपनी नूं बंद कर दो जी, जो मर्जी करो, कदी नहीं थानूं रोकूंगा। मैं लड़ रहा जी, मैं अपने मुख मंत्री नूं बेनती करदा, इत्थे धरने लगदे फिर मेरी गल कमजोर हुंदी है। 7 महीनों दे विच बार-बार मैं थोड़े नाल है जी, धरने की लोड़ पई नाल आके बह जाऊंगा। तुसीं मंत्री बनाया, छड्ड दो यार, कोई गल नहीं यार, छड्ड दो। तुसीं मंत्री बनाया जी, तुसीं MLA बनाया, तुसीं कह दे हो सारे इकट्ठे, पर वो 2-4 वो बंदे ना होण, वो 2-4 बंदे ना होण जिन्हां दे मनसूबे साफ नहीं। तुसीं बनाया, तुसीं मैनूं कह दे हो कि नहीं लोड़ सानूं तेरी मंत्री दी, मैं छड्ड के आ जाऊं। तो तुसीं बनाया, जे नहीं लोड़, जे थानूं लगदा हरजोत बैंस गलत काम करदा, पहला सिੱਖਿਆ ਮੰਤਰੀ ਆ ਪੰਜਾਬ ਦਾ ਜਿਹੜਾ ਸਕੂਲਾਂ 'ਚ ਜਾਂਦਾ ਜੀ, ਕਦੀ ਕੋਈ ਨਹੀਂ ਗਿਆ। ਮਾਈਨਿੰਗ ਦੇ ਵਿੱਚ ਰਿਕਾਰਡ ਕਰਤਾ ਜੀ, ਉੱਥੇ ਵੀ ਜਾ ਕੇ ਤੰਗ ਕਰਦੇ ਆ, ਉੱਥੇ ਵੀ ਲੋਕਾਂ ਨੂੰ ਭੜਕਾਉਂਦੇ ਆ। ਅੱਜ ਭਲਾਣ 1 ਨੰਬਰ ਦੀ ਮਾਈਨਿੰਗ ਹੋ ਰਹੀ, ਜਿਹੜੇ ਭ੍ਰਿਸ਼ਟਾਚਾਰ ਕਰਦੇ ਸੀ, ਜਿਹੜੇ ਬਲੈਕਮੇਲ ਕਰਦੇ ਸੀ, ਜਿਨ੍ਹਾਂ ਨੇ ਗੱਡੀਆਂ ਵੀ ਉਹਨਾਂ ਤੋਂ ਲਈਆਂ ਠੇਕੇਦਾਰਾਂ ਤੋਂ, ਅੱਜ ਉਹ ਜਾ ਕੇ ਉੱਥੇ ਮਾਈਨਿੰਗ ਦਾ ਵਿਰੋਧ ਕਰਦੇ ਆ। PACL ਤੋਂ ਜਿਹੜੇ 2 ਨੰਬਰ 'ਚ ਪੈਸੇ ਲੈਂਦੇ ਆ, ਇੱਥੇ ਬੈਠੇ ਨੇ, ਸਭ ਦਾ ਪਤਾ। ਇੱਥੇ ਵੱਡੀਆਂ ਵੱਡੀਆਂ ਗੱਲਾਂ ਕਰਨਗੇ ਤੇ ਰਾਤ ਨੂੰ ਉਹਨਾਂ ਤੋਂ ਪੈਸੇ ਲੈਣਗੇ। कभी पानी का विरोध करके, कभी रेते का विरोध करके। मैनू आके दस दे कोई बंदा कह दे, एक बंदा ले आओ जिथे लिख के लेना साइन करा लो, कोरे कागज से साइन करा लो। इस तो बाद मैं की कह सकता। तुसीं कह दो तुसीं बनाया मंत्री, कोई गल नहीं, ना होवे तां की, क्योंकि तुसीं कह रहे हो कि नहीं लोड़ तेरी मंत्री दी। वो 2-3 दिन ही मैं सुनी आम बंदे कहन, मेरे चाचे, मेरे ताए, मेरे जेड़े बड़े वीर है कह देन कि नहीं हरजोत रहन दे, छड्डिया यार, कोई लोड़ नहीं, मैं छड्ड के आ जाऊंगा जी। थोड़े की कसूर है मेरा? ये कसूर है कि हाँ माइनिंग जेड़ा है सरकारी रेवेन्यू वधाता, काम करता। ये कसूर है कि हुण थाणिਆਂ ਦੇ ਵਿੱਚ उदां दे घटिया SHO नहीं लगे। ये कसूर है कि हुण लोकां दे परचे नहीं हुंदे।
ਆਈ ਕਸੂਰ ਹੈ ਹਰਜੋਤ ਦਾ। ਵਾਅਦਾ ਕੀਤਾ ਸੀ ਕਿ ਗੰਗਾ ਜਲ ਛਿੜਕੂੰਗਾ, ਅੱਜ ਹਲਕੇ ਦੇ ਤਿੰਨੋਂ ਥਾਣਿਆਂ 'ਚ ਸੁੱਖ ਹੈਗਾ ਕਿ ਨਹੀਂ ਹੈਗਾ ਜੀ? ਕਦੀ ਕਿਸੇ ਨੂੰ ਰੋਕਿਆ ਨਹੀਂ ਜੀ, ਕਦੇ ਕਿਸੇ ਪਿੰਡ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦਾ, ਕਦੀ ਕਿਸੇ ਦੇ ਉੱਤੇ ਇਹ ਨਹੀਂ ਕਰਦਾ। ਮੈਂ ਕਿਹਾ ਜੋ ਮਰਜ਼ੀ ਬੋਲੋ, ਕੋਈ ਗੱਲ ਨਹੀਂ, ਜਿੰਨਾ ਮੇਰੇ ਖਿਲਾਫ ਬੋਲੂਗੇ ਉਦਾਂ ਦਾ। ਇੱਥੇ ਕਈ ਬੰਦੇ ਸੀ ਨੰਗਲ 'ਚ ਮੇਰੀ ਸ਼ਕਲ ਦਾ ਮਜ਼ਾਕ ਬਣਾਉਂਦੇ ਸੀ, ਉਹਨਾਂ ਮੈਂ ਵੱਡਾ ਬਣਿਆ। ਮੇਰੀ ਤਾਕਤ ਮੇਰੀ ਸੱਚਾਈ ਹੈ, ਮੇਰੀ ਖੁਦਾਈ ਹੈ। ਇਹ ਗੱਲਾਂ ਕਰਨ ਲਈ ਦਮ ਚਾਹੀਦਾ ਜੀ। ਮੇਰੇ ਤੋਂ ਤੁਸੀਂ ਕਰਾ ਲਿਓ ਜੇ ਤੁਹਾਨੂੰ ਲੱਗਿਆ। ਮੈਂ ਆਪਣੇ ਮੁੱਖ ਮੰਤਰੀ ਨੂੰ ਬੇਨਤੀ ਕਰ ਲਈ ਜੀ, ਹੱਥ ਜੋੜ ਕੇ ਬੇਨਤੀਆਂ ਕਰ ਲਈਆਂ, ਚਿੱਠੀਆਂ ਲਿਖ ਲਈਆਂ। ਜਿੱਥੇ ਤੁਹਾਨੂੰ ਲੋੜ ਹੈ ਮੈਂ ਨਾਲ। ਮੇਰੇ ਤੋਂ ਕੋਈ ਐਫੀਡੇਵਿਟ ਸਾਈਨ ਕਰਾਉਣਾ ਉਹ ਕਰਾ ਲਓ, ਮੇਰੇ ਤੋਂ ਕੋਈ ਜੋ ਵੀ ਹੈ ਮੈਂ ਨਾਲ ਹੈ। ਤੁਸੀਂ ਕਹੋਗੇ ਧਰਨੇ ਤੇ ਆ ਕੇ ਨਾਲ ਬਹਿ ਜਾਓ, ਮੇਰੇ ਘਰ ਦੇ ਬਾਹਰ ਧਰਨਾ ਲਾਣਾ ਲਾਓ ਜੀ, ਮੈਂ ਖੜਦਾ ਖਰਾ ਸਰ ਖਰਚਾ ਮੇਰੇ ਲਾਓ ਜੀ। ਜਦੋਂ ਮੇਰੇ ਫੋਨ ਦੀ ਗੱਲ ਸੁਣ ਲਓ ਜੀ, ਮੇਰੇ ਕੋਲ 4 ਮਹਿਕਮੇ 2 ਸੂਬਿਆਂ ਦਾ ਕੰਮ ਦਿੱਤਾ, ਨਾਲ ਫਿਰ ਹਲਕੇ ਦੇ ਵੀ, ਹਲਕੇ ਦਾ ਐਮਐਲਏ ਵੀ ਹੈ ਜੀ। ਇੱਕ ਪਿਛਲੇ ਪ੍ਰੋਗਰਾਮ ਤੇ ਅੱਜ ਸਵੇਰ ਦਾ ਪਿੰਡਾਂ 'ਚੋਂ ਆਪਣੇ ਪਿੰਡ ਗਿਆ, ਮਹਿਣ ਗਿਆ, 10 ਗਰਾਈ ਗਿਆ, ਭਲਾਣ ਗਿਆ, ਹੁਣ ਇੱਥੇ ਆਂਦੇ ਮੋਜੋਵਾਲ ਤੋਂ ਲੈ ਕੇ ਜਦੋਂ ਮੈਂ ਇੱਕ ਪ੍ਰੋਗਰਾਮ ਤੋਂ ਦੂਜੇ ਪ੍ਰੋਗਰਾਮ ਦੇ ਵਿੱਚ ਸੀਗਾ 73 ਮਿਸ ਕਾਲਾਂ ਸੀਗੀਆਂ। ਕਿੰਨੀਆਂ? 73 ਮਿਸ ਕਾਲਾਂ ਸੀ। ਮੈਂ ਜਦੋਂ ਵੀ ਗੱਡੀ 'ਚ ਬੈਠਦਾ ਕੋਸ਼ਿਸ਼ ਕਰਦਾ ਫੋਨ ਚੱਕ, ਜਦੋਂ ਮਰਜ਼ੀ ਆਓ, ਪਰ ਆਓ ਉਹ ਬੰਦੇ ਜਿਹੜੇ ਵਾਕੇ 24 ਘੰਟੇ ਆਓ ਜੀ, ਚਾਹੇ ਗੰਭੀਰਪੁਰ ਜਾਓ, ਚਾਹੇ ਮੇਰੇ ਕੋਲ ਆਓ, ਕਿਉਂਕਿ ਮਕਾਨ ਮਾਲਕ ਤੁਸੀਂ ਹੋ, ਮੈਂ ਕਿਰਾਏਦਾਰ। ਜਦੋਂ ਮਰਜ਼ੀ ਆਓ ਜੀ, ਜੇ ਕੋਈ ਮੁਸੀਬਤ ਪੈਂਦੀ ਹੈ ਮੈਂ ਤੁਹਾਡੇ ਨਾਲ ਹੈ। ਇਸ ਤੋਂ ਬਾਅਦ ਮੈਂ ਕੁਝ ਵੀ ਨਹੀਂ ਕਹਿ ਸਕਦਾ। ਆਹ ਮੇਰਾ ਫੋਨ ਪਿਆ ਜੀ, ਆਹ ਤੁਹਾਨੂੰ ਦਿਖਾਉਂਦਾ ਜੀ। ਉਸ ਦਿਨ ਮੈਂ ਬਾਰ-ਬਾਰ, ਮੈਨੂੰ ਇਹ ਰੋਹਿਤ ਨੇ ਦੱਸਿਆ ਕਿ ਪੇਮੈਂਟਾਂ ਨਹੀਂ, ਮੈਂ ਬਾਰ-ਬਾਰ ਸਟੇਟਸ ਚੈੱਕ ਕਰਾਉਂਦਾ ਰਿਹਾ ਉਹਦਾ, ਬਾਰ-ਬਾਰ। ਮੈਂ ਕਿਹਾ ਜੀ ਆਲ ਪੇਮੈਂਟਸ ਡਨ, ਕਹਿ ਕੇ ਪੇਮੈਂਟਾਂ ਕਰਵਾਈਆਂ। ਕਿ ਉਸ ਦਿਨ ਸ਼ੁੱਕਰਵਾਰ ਸਾਰੇ ਸਾਈਨ ਆ ਗਏ, ਕਈਆਂ ਦੇ ਖਾਤਿਆਂ 'ਚ ਆ ਗਈਆਂ, ਕਈਆਂ ਦੀ ਰਹਿ ਗਈਆਂ, ਪਰ ਪੇਮੈਂਟਾਂ ਹੋ ਚੁੱਕੀਆਂ। ਮੈਨੂੰ ਤੁਸੀਂ ਜੋ ਹੁਕਮ ਲਾਓਗੇ, ਤੁਸੀਂ ਮੇਰਾ ਪਰਿਵਾਰ, ਤੁਸੀਂ ਕਹਿ ਦਿਓ। ਜੇ ਤੁਹਾਨੂੰ ਲੱਗਦਾ ਕਿ ਠੀਕ ਹੈ ਯਾਰ ਮਾੜੇ ਕੰਮ ਕਰਦਾ ਹਰਜੋਤ, ਮੈਨੂੰ ਜੇ ਤੁਹਾਨੂੰ ਵੈਸੇ ਲੱਗਦਾ ਜੇ ਮਾੜੇ ਕੰਮ ਕਰਦਾ, ਹਾਂ ਠੀਕ ਹੈ ਜੀ, ਟੀਚਰ ਪੱਕੇ ਨਹੀਂ ਹੋਣੇ ਚਾਹੀਦੇ ਸੀ, ਸਕੂਲ ਨਹੀਂ ਵਧੀਆ ਬਣਨੇ ਚਾਹੀਦੇ, ਹਾਂ ਮਾਈਨਿੰਗ 'ਚ ਉੱਦਾਂ ਦਾ ਕੰਮ ਹੀ ਚੱਲਣਾ ਚਾਹੀਦਾ, ਥਾਣਿਆਂ 'ਚ ਉੱਦਾਂ ਦੇ SHO ਹੀ ਚਾਹੀਦੇ ਨੇ। ਜੇ ਤੁਹਾਨੂੰ ਲੱਗਦਾ ਕਿ ਹਰਜੋਤ ਬੈਂਸ ਮਾੜੇ ਕੰਮ ਕਰਦਾ, ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਤੁਹਾਡੇ ਨਾਮ ਤੇ ਕੋਈ ਧੱਬਾ ਲਾਉਂਦਾ, ਕਹਿ ਦਿਓ ਮੇਰੇ ਮੰਤਰੀ ਦੀ ਕੀ ਲੋੜ ਹੈ। ਅੱਜ ਤੱਕ ਬੜੇ ਬਣੇ, ਆਪਣੇ ਤੋਂ ਸਪੀਕਰ ਵੀ ਬਣ ਗਏ, ਸਿਹਤ ਮੰਤਰੀ ਵੀ ਬਣ ਗਏ। ਪਰ ਜੇ ਹਾਂ ਤੁਹਾਨੂੰ ਲੱਗਦਾ ਤੁਹਾਡਾ ਪੁੱਤ, ਤੁਹਾਡਾ ਭਾਈ ਤੁਹਾਡਾ ਨਾਮ ਰੋਸ਼ਨ ਕਰ ਰਿਹਾ, ਫਿਰ ਮੇਰੇ ਨਾਲ, ਫਿਰ ਇਹਨਾਂ ਬੰਦਿਆਂ ਦੀ ਗੱਲਾਂ 'ਚ ਨਾ। ਮੈਨੂੰ ਇਹ ਵੀ ਟੈਨਸ਼ਨ ਹੈ, ਮੈਂ ਲੱਗਾ ਹੋਇਆ ਜੀ, ਮੈਨੂੰ 2-3 ਮਹੀਨੇ ਦੇ ਦਿਓ, ਮੈਂ ਇੱਥੇ ਡਰੱਗ ਪਾਰਕ ਲੈ ਕੇ ਆਉਣ ਲੱਗਾ ਨੰਗਲ 'ਚ। 2-3 ਮਹੀਨੇ, ਚਾਹੇ 4 ਫੈਕਟਰੀਆਂ ਆਣ। ਅੱਜ ਤੱਕ ਇੱਥੋਂ ਉਜੜੇ ਆ ਸਾਰਾ ਕੁਝ, ਅੱਜ ਤੱਕ ਸਾਡੇ ਇਲਾਕੇ 'ਚ ਕੁਝ ਬਣਿਆ ਤਾਂ ਹੈ ਨਹੀਂ, ਇੱਕ ਵੀ ਫੈਕਟਰੀ ਨਹੀਂ ਲੱਗੀ ਜੀ। ਮੇਰੇ ਕੋਲ ਰੋਜ਼, ਮੈਂ ਪਿਛਲੀ ਵਾਰ ਵੀ ਤੁਹਾਨੂੰ ਬੇਨਤੀ ਕੀਤੀ ਸੀ, ਆ ਕੇ ਦੇਖੋ ਜੀ, ਪਿੰਡ ਰੋਜ਼ ਆਉਂਦੇ ਆ, 10 ਨੌਜਵਾਨ ਆਉਂਦੇ ਆ, ਸਾਡੇ ਹੀ ਭਾਈ ਭੈਣ ਨੇ, ਤੁਹਾਡੇ ਧੀ ਪੁੱਤ ਨੇ, ਮਿਨੀਮਮ 10 ਰੋਜ਼। ਵਿਚਾਰੇ ਕਹਿੰਦੇ ਜੀ ਅਸੀਂ ਪੜ੍ਹ ਲਏ, BA ਕਰ ਲਈ, ਦੱਸੋ ਜੀ ਨੌਕਰੀ ਰਖਾਓ, ਕਿੱਥੇ ਰਖਵਾਵਾਂ ਨੌਕਰੀ? ਹੈ ਹੀ ਨਹੀਂ ਕੋਈ ਕਾਰਖਾਨਾ, ਕਦੀ ਖੋਲਿਆ ਹੀ ਨਹੀਂ, ਸਭ ਲੁੱਟ ਕੇ ਖਾਂਦੇ ਰਹੇ ਜੀ, ਬਸ ਕਦੀ ਖੋਲਿਆ ਹੀ ਨਹੀਂ। ਆਹ ਫਲਾਈਓਵਰ ਦੇ ਰੂਟ ਪਲਾਨ ਸਾਡੇ ਬੰਦਿਆਂ ਨੇ ਤਿਆਰ ਕੀਤਾ, ਇਹ ਵੀ ਚਲਵਾ ਰਹੇ, ਹੋਰ ਵੀ ਬਹੁਤ ਸਾਰੇ ਮਸਲੇ। ਹੁਣ ਉਹ ਡਰੱਗ ਪਾਰਕ ਆਊਗਾ, 4 ਫੈਕਟਰੀਆਂ ਲੱਗਣਗੀਆਂ, ਫਿਲਹਾਲ 'ਚ 20 ਮੁੰਡੇ, 80 ਲੋਕਾਂ ਨੂੰ ਰੋਜ਼ਗਾਰ ਮਿਲੂਗਾ, 4 ਫੈਕਟਰੀਆਂ, ਟਰਾਂਸਪੋਰਟ ਹੋਰ ਚੱਲੂਗੀ, ਯੂਨੀਅਨ ਹੋਰ ਚੱਲੂਗੀ। ਅਸੀਂ ਉੱਧਰ, ਜੋ ਮੇਰਾ ਜ਼ੋਰ ਇਹ ਹੈ ਕਿ ਇੰਨਾ ਕੰਮ ਹੋ ਜਾਵੇ ਕਿ ਲੋੜ ਹੀ ਨਾ ਪਵੇ। ਯੂਨੀਅਨ ਦੀ ਵੀ ਸਮੱਸਿਆਵਾਂ ਜੀ, ਸਾਨੂੰ ਵੀ ਟਰੱਕ ਨਵੇਂ ਚਾਹੀਦੇ ਆ, ਹੋਰ ਬੜਾ ਕੁਛ ਹੈ। ਬੈਂਕਾਂ ਨਾਲ ਗੱਲ ਕਰਦੇ ਆ ਕਿ ਘੱਟ, ਬੜੇ ਕੰਮ ਕਰਨ ਵਾਲੇ ਆ। ਮੇਰੀ ਨੀਅਤ ਉਹ ਹੈ, ਮੈਨੂੰ ਕੋਈ ਲੰਬੀ ਸਿਆਸਤਾਂ ਵੀ ਨਹੀਂ ਕਰਨੀਆਂ, ਮੈਂ ਬੜਾ ਸਿੱਧਾ ਸਾਦਾ ਜਿਹਾ ਬੰਦਾ। ਮੈਂ ਜੋ ਪਹਿਲਾਂ ਸੀ ਅੱਜ ਵੀ ਹੋਈ ਹਾਂ। ਮੈਨੂੰ ਇਹ ਹੈ ਕਿ ਬਸ ਇੰਨਾ ਵਧੀਆ ਕੰਮ ਕਰੋ, ਲੋਕ ਕਹਿਣ ਕਿ ਠੀਕ ਸੀ ਯਾਰ। ਮੈਨੂੰ ਕਿਸੇ ਚੀਜ਼ ਦੀ, ਮੈਨੂੰ ਕਈ ਬੰਦੇ ਆ ਕੇ ਕਹਿੰਦੇ ਜੀ ਅੱਛਾ ਜੀ ਆ ਸਾਡਾ ਹੈ ਜੀ, ਉਹ ਪਰਾਇਆ। ਮੇਰੇ ਲਈ ਕੋਈ ਸਾਡਾ ਕੋਈ ਪਰਾਇਆ ਨਹੀਂ, ਮੇਰੇ ਲਈ ਕੰਮ ਹੁੰਦਾ ਜੀ। ਮੈਂ ਮਾਈਨਿੰਗ ਦੇ ਵਿੱਚ ਬਤੌਰ ਮੰਤਰੀ ਕੱਲ ਨਿਰਦੇਸ਼ ਦਿੱਤੇ, ਮੈਂ ਕਿਹਾ ਮੇਰੇ ਹਲਕੇ 'ਚ ਜਿਹੜਾ ਬੰਦਾ ਮੇਰਾ ਨਾਮ ਲਊਗਾ ਉੱਤੇ ਉਸੇ ਵਕਤ ਪਰਚਾ ਕਰੋ, ਡਬਲ ਚੈਕਿੰਗ ਕਰੋ ਜੀ, ਡਬਲ ਚੈਕਿੰਗ। ਕੋਈ ਮੇਰੇ, ਤੁਸੀਂ ਇਹ ਦੱਸ ਦਿਓ ਕਦੀ ਕੋਈ ਬੰਦਾ ਪੰਜਾਬ 'ਚੋਂ ਤੁਸੀਂ ਸੁਣ ਕੇ ਮੈਨੂੰ ਆ ਕੇ ਘੇਰ ਲਿਓ ਜਿਹੜਾ ਕਵੇ ਕਿ ਅਸੀਂ ਹਰਜੋਤ ਬੈਂਸ ਨੂੰ ਪੈਸੇ ਦੇ ਕੇ ਅਸੀਂ ਪੈਸੇ ਮੰਗੇ ਆ। 4 ਮਹਿਕਮੇ, ਸਭ ਤੋਂ ਵੱਧ ਅਫਸਰ ਸਸਪੈਂਡ ਕੀਤੇ, ਕਿਹੜੇ ਮੰਤਰੀ ਨੇ ਕੀਤੇ ਇਹ ਪਤਾ ਕਰ ਲਓ ਜੀ, ਸਭ ਤੋਂ ਵੱਧ। ਮੈਂ ਮੰਤਰੀ ਆਪਣੇ ਮਹਿਕਮੇ ਦਾ ਪਾਵਰ ਹੁੰਦੀ ਹੈ ਜੀ, ਮੈਂ ਆਪਣੇ ਹਲਕੇ ਦਾ। ਮੈਨੂੰ ਸੱਚੀ ਤੁਹਾਡੇ ਸਾਥੀ ਜਿਸ ਦਿਨ ਮੇਰੇ ਘਰ, ਮੈਨੂੰ ਨਹੀਂ ਪਤਾ ਸੀ ਕਿ ਐਦਾਂ ਹੋ ਰਿਹਾ, ਪਰ ਮੈਂ ਉਸ ਦਿਨ ਟਾਈਮ ਪਹਿਲਾਂ ਲੈ ਕੇ ਰੱਖਿਆ ਹੋਇਆ ਸੀ। ਮੁੱਖ ਮੰਤਰੀ ਸਾਹਿਬ ਮੈਨੂੰ ਕਿਉਂ, ਮੈਂ ਆਪ ਪੁੱਛਦਾ ਰਹਿੰਦਾ, ਮੈਂ ਟਾਈਮ ਪਹਿਲਾਂ ਲੈ ਕੇ ਰੱਖਿਆ ਹੋਇਆ ਸੀ। ਮੈਂ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ। ਮੈਂ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਬਹੁਤ ਸ਼ਿਕਾਇਤਾਂ ਆਉਂਦੀਆਂ,
ਮੈਂ ਤੁਹਾਨੂੰ ਇਹ ਵੀ ਦੱਸਦਾ, ਪੰਗਾ ਤਾਂ ਪਿਆ ਜਿਹੜਾ ਅੰਬੂਜਾ ਪਿੱਛੇ ਧਰਨਾ ਲੱਗਿਆ ਸੀ, ਉਹਦੇ ਕਰਕੇ ਅਸਲੀ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਬਹੁਤ ਸ਼ਿਕਾਇਤਾਂ ਆਉਂਦੀਆਂ ਜੀ। ਮੈਂ ਕਿਹਾ ਜੀ ਹੁਣ ਕੋਈ ਸ਼ਿਕਾਇਤ ਨਹੀਂ ਆਊਗੀ। ਅਸੀਂ ਜੋ ਤੁਸੀਂ ਸਾਨੂੰ ਕਹੋਗੇ ਸਾਡੀ ਜ਼ਿੰਮੇਵਾਰੀ ਹੈ। ਮੈਂ ਕਹੂੰਗਾ ਜਾ ਕੇ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਨਹੀਂ ਅਸੀਂ ਇਹਨੂੰ ਭੰਗ ਕਰਾਂਗੇ, 6 ਮਹੀਨੇ ਵਧੀਆ ਬਿਹੇਵ ਕਰਨ ਫਿਰ ਦੇਖ। ਮੈਂ ਕਿਹਾ ਨਹੀਂ, ਤੁਸੀਂ ਸਾਨੂੰ 6 ਮਹੀਨੇ ਸਾਨੂੰ ਕੰਮ ਕਰਕੇ ਦੇਖਣ ਦਿਓ, ਸਾਨੂੰ 6 ਮਹੀਨੇ ਕੰਮ ਕਰਕੇ ਦੇਖਣ ਦਿਓ। ਜੇ ਸਾਡੇ 'ਚ ਕਮੀ ਪੇਸ਼ੀ ਹੋਈ ਤੁਸੀਂ ਜੋ ਫੈਸਲਾ ਕਰਦੇ ਹੋ। ਕਹਿੰਦੇ ਚਲੋ ਦੇਖਦੇ ਹਾਂ। ਉਸ ਤੋਂ ਬਾਅਦ ਫਿਰ ਕਿਸੇ ਨੇ ਕਰਤਾ, ਮੈਂ ਹਿਮਾਚਲ ਸੀਗਾ ਜੀ। ਬਾਰ-ਬਾਰ ਤੁਸੀਂ ਚੀਫ ਸੈਕਟਰੀ ਨੂੰ ਪੁੱਛ ਸਕਦੇ ਹੋ, ਬਾਰ-ਬਾਰ। ਜੇ ਮੈਂ ਸੱਚੀ ਗੱਲ ਦੱਸਦਾ, ਜੇ ਨਾ ਹੁੰਦਾ ਤਾਂ ਅੱਜ ਤੱਕ ਇਹ ਭੰਗ ਹੋ ਚੁੱਕੀ ਹੋਣੀ ਸੀ ਜੀ, ਇਹ 1 ਮਹੀਨੇ। ਪਰ ਅਸੀਂ ਲੜਦੇ ਪਏ ਆ, ਮੈਂ ਕਰਦਾ ਪਿਆ ਜੀ। ਪਰ ਹਾਂ, ਮੇਰੇ ਲੀਡਰ ਨੇ ਉਹ, ਮੇਰੇ ਮੁੱਖ ਮੰਤਰੀ ਨੇ ਉਹ, ਠੀਕ ਹੈ ਜੀ। ਮੈਨੂੰ ਜੀ ਸਰ ਵੀ ਕਹਿਣਾ ਪੈਂਦਾ, ਪਰ ਹਾਂ ਜਦੋਂ ਤੁਹਾਡੇ ਨਾਲ ਮੈਂ ਕਹਿ ਦੂੰਗਾ। ਤੁਸੀਂ ਕਹਿ ਦਿਓ, ਸਾਰੇ ਜਾਣੇ ਕਹਿ ਦਿਓ ਯਾਰ ਨਹੀਂ ਛੱਡ ਕੇ ਆ ਜਾ, ਮੈਂ ਆ ਜਾਊਂਗਾ। ਕਿਉਂ? ਕਿਉਂਕਿ ਮੈਨੂੰ ਬਣਾਇਆ ਤੁਸੀਂ। ਇਸ ਕਰਕੇ ਜੀ ਮੈਂ ਤਾਂ ਸਿੱਧਾ ਸਾਦਾ ਬੰਦਾ, ਮੈਨੂੰ ਇਹ ਫਰੇਬ ਨਹੀਂ ਆਉਂਦੇ। ਮੇਰੀ ਰਾਜਨੀਤੀ ਵੀ ਸਿੱਧੀ ਸਾਦੀ ਰਾਜਨੀਤੀ ਹੈ। ਅੱਜ ਕਰੇ ਕੋਈ ਮੈਨੂੰ ਕਹਿੰਦਾ, ਮੈਂ ਜਦੋਂ ਪਿੰਡ ਆਇਆ ਕਹਿੰਦੇ ਕੋਈ ਅਫਸਰ ਆਇਆ, ਉਹ ਕਹਿੰਦਾ ਜੀ ਤੁਹਾਨੂੰ ਮੰਮੀ ਨੂੰ ਉਹ ਦੇਣਾ ਚਾਹੁੰਦਾ, ਪਤਾ ਨਹੀਂ ਡੈਡੀ ਨੂੰ ਮੁੰਦਰੀ ਸੋਨੇ ਦੀ। ਮੈਂ ਕਿਹਾ ਉਹਨੂੰ ਕੋਈ ਪਰਚਾ ਕਰਾ ਦੂੰਗਾ, ਭੱਜ ਜਾ ਇੱਥੋਂ, FIR ਕਰਾ ਦੂੰਗਾ। ਮੈਂ ਤਾਂ ਉਸ ਕਿਸਮ ਦਾ ਬੰਦਾ ਜੀ। ਮੈਂ ਕਿਹਾ FIR ਕਰਾਊਂਗਾ, ਉਹਨੂੰ ਕੋ ਇੱਥੋਂ ਤੱਤਰ ਹੋ ਜਾ। ਅੱਜ ਤੱਕ ਘਰੇ ਜੇ ਕੋਈ ਮਿਠਾਈ ਦਾ ਡੱਬਾ ਆਵੇ ਉਹ ਵੀ ਦੇਖ ਕੇ ਲੈਂਦੇ ਆ ਕਿ ਉਹਦੇ ਵਿੱਚ ਕੁਛ ਸੱਚ ਇਦਾਂ ਦੇ। ਅਸੀਂ, ਮੈਂ ਆਪਣੇ ਮਾਂ-ਬਾਪ ਨੂੰ ਵੀ ਕਿਹਾ, ਆਪਣੇ ਹੋਰ ਵੀ ਸਾਡੇ ਰਿਸ਼ਤੇਦਾਰਾਂ ਨੂੰ ਵੀ ਕਿਹਾ ਵੀ ਦੇਖਿਓ ਵੀ ਕੋਈ ਵੀ ਗਲਤੀ ਨਾਲ ਵੀ ਉਹ ਨਾ। ਅਸੀਂ ਤਾਂ ਇਦਾਂ ਦੇ ਆਪਣੇ ਵਰਕਰਾਂ ਨੂੰ ਵੀ ਸਭ ਨੂੰ ਇਹੀ ਕਹਿੰਦਾ ਯਾਰ ਹੋਰ ਜੋ ਮਰਜ਼ੀ ਕਰ ਲਿਓ, ਪਰ ਇਮਾਨਦਾਰੀ ਦੇ ਉੱਤੇ ਅਸੀਂ ਤਾਂ ਇਦਾਂ ਦੇ ਬੰਦੇ ਆ ਜੀ। ਪਰ ਫਿਰ ਵੀ ਸਿਰਫ ਇਹਨੂੰ ਬਦਨਾਮ ਕਰੋ, ਹਰਜੋਤ ਬੈਂਸ ਨੂੰ। ਜੇ ਮੇਰੇ ਜੋ 4 ਜੁੱਤੀਆਂ ਮਾਰ ਕੇ ਤੁਹਾਡਾ ਮਸਮੇ ਬਹਿ ਜਾਂਦਾ, ਮਾਰ ਲਓ। ਮੈਂ ਤਾਂ ਤੁਹਾਡਾ ਬੱਚਾ ਹੈ ਜੀ। ਹਰਜੋਤ ਬੈਂਸ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਮੈਂ ਤੁਹਾਡਾ ਬੱਚਾ ਹੈ, ਤੁਹਾਡਾ ਪੁੱਤ ਹੈ। ਜੇ ਤੁਹਾਨੂੰ ਲੱਗਦਾ ਮੈਨੂੰ 4 ਗਾਣਾ ਕੱਢ ਕੇ ਜੇ 2 ਚੈਨਲ ਵਾਲੇ ਚੱਲਦੇ ਚਲਾਣ ਯਾਰ, ਕੋਈ ਦਿੱਕਤ ਹੈ। ਉਹਨਾਂ ਦੇ ਜ਼ਮੀਰ ਵੀ ਪਤਾ, ਨਜ਼ਰ ਉਹਨਾਂ ਦੇ ਵੀ ਜ਼ਮੀਰ ਵੀ ਪਤਾ ਕਿ ਕੌਣ ਬੰਦਾ ਸੱਚ ਬੋਲਦਾ। ਸਾਡਾ ਕੰਮ ਚਾਹੀਦਾ ਜੀ, ਉਹ ਵੀ ਉਹਨਾਂ ਦਾ ਜ਼ਮੀਰ ਵੀ ਪਤਾ। ਸਾਡੀ ਸੁਸਾਇਟੀ ਦਾ ਕੰਮ ਚਾਹੀਦਾ। 2013 ਤੋਂ ਬਾਅਦ ਸਾਡੇ ਸਰ ਰੇਟ ਨਹੀਂ ਵਧੇ, ਇਸ ਕਰਕੇ ਸਾਨੂੰ ਕਿਹਾ ਜਾਂਦਾ ਕਾਲਟਾਈਜੇਸ਼ਨ ਹੋ ਰਹੀ। ਹੁਣ ਮੇਰੀ ਬੇਨਤੀ ਹੈ ਜੀ, ਤੁਹਾਡਾ ਮਸਲਾ ਹੈ, ਇੱਕ ਟੀਮ ਬਣਾ ਦਿੰਦੇ ਆ। ਜਿੱਥੇ ਤੁਹਾਨੂੰ ਮੇਰੀ ਲੋੜ ਹੈ ਮੈਂ ਆ ਜਾਊਂਗਾ। ਤੁਸੀਂ ਕਹਿ ਦੋਗੇ ਛੱਡ ਕੇ ਆ ਜਾ, ਮੈਂ ਛੱਡ ਕੇ ਆ ਜਾ। ਬਸ ਸਾਡੀਆਂ ਪੇਮੈਂਟਾਂ ਕੰਮ ਜੋ ਇੱਕ ਸੈਂਡ ਜ਼ਰੂਰ ਜੀ। ਬਸ ਇੱਕ ਮਿੰਟ ਸੁਣੋ ਜੀ, ਜਿਆਦਾ ਅਸੀਂ ਰਜਿਸਟਰਾਰ ਸਾਹਿਬ ਕੋਲ ਗਏ ਨਾ ਜੀ, RCS ਕੋਲ ਨਾ, ਤੁਹਾਡੇ MLA ਕੋਲ ਹੈ ਜੀ ਰਿਓਜ਼ ਮਹਿਨ ਜੀ। ਕਹਿੰਦੇ ਜੋ ਕੁਝ ਕਰਨਾ ਉਹਨਾਂ ਨੇ ਕਰਨਾ, ਇਹ ਉਹਨਾਂ ਕੋਲ ਜਾਓ ਜੀ। ਸੋ ਸਹੀ ਗੱਲ ਹੈ, ਜੋ ਕੁਝ ਕਰਾਇਆ ਤੁਸੀਂ ਠੀਕ ਕਰਾਇਆ, ਤੁਹਾਡਾ ਬਹੁਤ ਧੰਨਵਾਦ। ਜੋ ਸਰ ਤੁਸੀਂ ਕਹਿ ਰਹੇ ਇਦਾਂ ਦੀ ਕੋਈ ਗੱਲ ਹੈ ਨਹੀਂ, ਇਦਾਂ ਦੀ ਭਾਈ ਜੇ ਤੁਸੀਂ ਕਹਿ ਰਹੇ ਨਾ ਭਾਈ ਇਦਾਂ ਹੁੰਦਾ ਕੋਈ। ਮੈਂ ਚਲੋ ਫਿਰ ਵੀ ਤੁਹਾਨੂੰ ਦੱਸਦਾ ਜੀ, ਜਿੱਥੇ ਲੋੜ ਹੈ ਜੀ ਮੈਂ ਹਾਜ਼ਰ ਹਾਂ ਜੀ। ਜਿੱਥੇ ਤੱਕ ਮੇਰਾ ਦਮ ਚੱਲੂਗਾ, ਤੁਹਾਡੀ ਸੁਸਾਇਟੀ ਭੰਗ ਨਹੀਂ ਹੋਣ ਦਿੰਦੇ। ਜੋ ਵੀ ਭਲਾ ਹੈ ਉਹ ਕਰੂੰਗਾ, ਜਿੱਥੇ ਤੱਕ ਤੁਸੀਂ ਕਹੋਗੇ। ਪਿਛਲੇ 6 ਮਹੀਨਿਆਂ ਚ ਇੱਕ ਸੈਕਿੰਡ ਰੁਕ ਜਾਓ ਜੀ। ਪਿਛਲੇ 6 ਮਹੀਨਿਆਂ ਚ ਜੀ ਮੈਂ ਬਾਰ-ਬਾਰ ਪਤਾ ਕਰਦਾ ਰਿਹਾ ਜੀ ਯੂਨੀਅਨ। ਉਹ ਕਹਿੰਦੇ ਜੀ ਇੰਨਾ ਕੰਮ ਕਦੀ ਨਹੀਂ। ਕਿਉਂ ਆਇਆ ਜੀ ਧਾਰਾ ਜਿਹੜੀ 6 ਵਾਰ? ਮੈਨੂੰ ਦੱਸੋ ਜੀ, ਮੈਂ ਕਦੀ ਤੁਸੀਂ 6 ਮਹੀਨੇ ਯੂਨੀਅਨ ਚਲਾਉਂਦੇ ਹੋ, ਤੁਸੀਂ ਕਦੀ ਮੇਰੇ ਬਾਰੇ ਸੁਣਿਆ ਕਿ ਕੋਈ ਮੈਂ ਵਿਗਾੜ ਵੀ ਚਾਹ ਦੀ ਕੱਪ ਦੀ ਜਾਂ ਕਿਸੇ ਨੂੰ ਵੀ? ਮੈਂ ਤਾਂ ਡਰ ਕੇ ਕਦੀ, ਉਹ ਕਹਿੰਦੇ ਜੀ ਮੇਰੇ ਕੋਲ ਬਹੁਤ ਸਾਰੇ ਮੁੰਡੇ ਆਉਂਦੇ, ਉਹ ਵੀ ਸ਼ਰਾਰਤ ਕਰਦੇ ਸਾਡੇ ਨਾਲ। ਕਹਿੰਦੇ ਜੀ PACL ਵਾਲੇ ਕਹਿੰਦੇ ਹਰਜੋਤ ਬੈਂਸ ਤੋਂ ਫੋਨ ਕਰਾਓ ਤਾਂ ਅਸੀਂ ਰੱਖ ਲਾਂਗੇ। ਮੈਂ ਕਿਹਾ ਮੈਂ ਨਹੀਂ ਕਰਦਾ, ਕਿਉਂਕਿ ਮੈਨੂੰ ਪਤਾ ਯੂਨੀਅਨ ਤੋਂ ਕਰਕੇ। ਮੈਂ ਕਿਹਾ ਮੈਂ ਨਹੀਂ ਉੱਥੇ ਫੋਨ ਕਰਦਾ, ਕਿਉਂਕਿ ਮੇਰੇ ਲਈ ਪਹਿਲਾਂ ਮੇਰੀ ਯੂਨੀਅਨ ਹੈ। ਮੈਂ ਦੱਸੋ ਇਸ ਤੋਂ ਬਾਅਦ ਮੈਂ ਇਹ ਫਿਰ ਵੀ ਅੱਛਾ ਜੀ, ਪੇਮੈਂਟਾਂ ਵੀ ਟਾਈਮ ਤੇ ਆਉਣ ਲੱਗ ਗਈਆਂ, ਹੋਰ ਟਾਈਮ ਤੋਂ ਪਹਿਲਾਂ ਲੈ ਕੇ ਆਵਾਂਗੇ ਜੀ। ਜੋ ਹੋਰ ਹੈ ਜਿੰਨੇ ਜੋਗਾਂ ਜੀ ਹਾਜ਼ਰ ਹੈ। ਪਰ ਫਿਰ ਵੀ ਮੈਂ ਜੋ ਵੀ ਤੁਹਾਨੂੰ, ਮੈਂ ਤੁਹਾਡਾ ਜੀ। ਕਦੀ ਵੀ ਤੁਹਾਨੂੰ ਲੱਗੇ, ਪਰ ਉਹ 2 4 5 ਬੰਦੇ ਨਹੀਂ, ਮੈਂ ਐਂਡ ਅਖੀਰਲੇ ਬੰਦੇ ਦੀ ਗੱਲ ਕਰਦਾ। ਉਹ ਅਖੀਰਲਾ ਬੰਦੇ ਨੂੰ ਮੈਂ ਪੁੱਛੂੰਗਾ, ਜੇ ਕਹਿ ਦੂਗਾ ਕਿ ਨਹੀਂ ਪੁੱਤ ਆ ਜਾ, ਪ੍ਰਸ਼ਾਸਕ ਨੂੰ ਕਰ ਦਿੰਦੇ ਆ ਜਿਹੜਾ ਕੰਮ। ਸਰ 6 ਵਾਰ ਪੇਮੈਂਟ ਰੁਕ ਚੁੱਕੀ ਸਾਡੀ ਲੋਕਾਂ ਦੀ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਸੁਸਾਇਟੀ ਨੂੰ ਬਜਾਏ ਬਾਕੀ ਤਾਂ ਕੰਮ ਚੱਲਦੇ ਨੇ ਟਰੱਕਾਂ ਦੇ। ਬਾਕੀ ਤੂੰ ਮੈਂ ਸਭ ਕੁਝ ਚੱਲਦਾ ਰਹਿੰਦਾ, ਕੋਈ ਚੱਕਰ ਨਹੀਂ। ਅਸੀਂ ਸਾਰੇ ਇਕੱਠੇ ਆ ਵੀ ਸਾਡੀ ਸੁਸਾਇਟੀ ਬਚਾਈ ਜਾਵੇ। ਆ ਮੇਨ ਕੰਮ ਸਾਡਾ ਇਹੀ ਹੈ, ਬਾਕੀ ਕੋਈ ਟੈਨਸ਼ਨ ਨਹੀਂ ਸਾਨੂੰ। ਤੁਸੀਂ ਸਾਡੇ ਨਾਲ ਹੋ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ। ਮੈਂ ਕਹਿ ਕੇ ਗਿਆ ਫਿਰ ਮੈਂ ਦੱਸੋ, ਮੈਂ ਮੂਰਖ ਹਾਂ ਜੀ ਕਹਿ ਕੇ ਜਾਊਂ? ਮੈਨੂੰ ਨਹੀਂ ਦੱਸ ਕੇ। ਨਹੀਂ ਠੀਕ ਹੈ, ਬਿਲਕੁਲ ਮੇਰੇ ਤੋਂ ਬਿਨਾਂ ਪੁੱਛੇ ਕੀਤਾ, ਬਿਲਕੁਲ ਸਹੀ। ਮੇਰੇ ਤੋਂ ਬਿਨਾਂ ਪੁੱਛੇ ਕਰਦੇ ਨੇ ਜੀ। ਮੈਂ ਫਿਰ ਕਹਿੰਦਾ ਮੈਂ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ, ਮੇਰਾ ਪਰਮਾਤਮਾ ਜਾਣਦਾ ਜੀ, ਮੈਂ ਉਹਨਾਂ ਨੂੰ ਆਪ ਜਾ ਕੇ ਨਿੱਜੀ ਤੌਰ ਤੇ ਬੇਨਤੀ ਕਰਦਾ। ਮੈਂ ਨਿੱਜੀ ਤੌਰ ਤੇ ਬੇਨਤੀ, ਮੈਂ ਵੀ ਕਿਹਾ, ਮੈਂ ਤੁਹਾਡੇ ਸਾਹਮਣੇ ਜੀ, ਮੈਂ ਜਿਹੜੀ ਚਿੱਠੀ ਲਿਖੀ ਉਹਦੇ ਵਿੱਚ ਲਿਖਿਆ, ਮੈਂ ਕਿਹਾ ਜੀ ਮੇਰੇ ਤੇ ਅਹਿਸਾਨ ਵੀ ਹੈ।
ਇਹ ਵੀ ਲਿਖਿਆ ਜੀ। ਮੈਂ ਹਮੇਸ਼ਾ ਇਹ ਗੱਲ ਬੜੀ ਸਾਰੇ ਨੇ ਬੜੀ ਸਾਨੂੰ ਵੀ ਇਹ ਵੀ ਪਰ ਕਹਿ- ਗਿਲਾ ਸ਼ਿਕਵਾ ਵੀ ਤੁਹਾਡੇ ਨਾਲੇ ਕਰਨਾ ਜੀ। ਨਹੀਂ ਮੇਰਾ ਗਿਲਾ ਮੇਰੀ ਹੁਣ ਮੇਰੀ ਬੇਨਤੀ ਸੁਣੋ ਜੀ। ਮੈਂ ਤੁਸੀਂ ਬਿਲਕੁਲ ਪਹਿਲਾ ਦਿਨ ਅਸੀਂ ਮਾਰਦੇ ਸੀ ਲੜਦੇ ਜਿਹਨਾਂ ਨਾਲ ਅਸੀਂ ਲੜ ਕੇ ਵੋਟਾਂ ਪਵਾਈਆਂ ਨਹੀਂ ਉਹ ਤਾਂ ਕਰਨਗੇ, ਉਹ ਤਾਂ ਇੱਥੇ ਵੀ ਲੜਨਾ ਹੀ ਚਾਹੁੰਦੇ ਸਰ। ਪਤਾ ਸਭ ਤਾਂ ਇੱਥੇ ਵੀ ਲੜਨਾ ਹੀ ਚਾਹੁੰਦੇ ਹੋ। ਔਰ ਸਭ ਤੋਂ ਬੜੀ ਗੱਲ ਪਤਾ ਸਾਡੀ ਯੂਨੀਅਨ ਚ ਕਿਹਾ ਹੈ ਜੀ, ਕੋਈ ਵਧੀਆ ਪ੍ਰਧਾਨ ਚੁਣ ਹੋ ਜਾਵੇ, ਇੱਥੇ 5-4 ਉਧਰ ਨੂੰ ਤੁਰਵੇ 5-4 ਉਧਰ ਨੂੰ ਤੁਰਵੇ, ਇਹ ਹੈ ਜੀ। ਠੀਕ ਹੈ ਜੀ, ਜਿਹੜਾ ਹੁੰਦਾ ਉਹ ਪ੍ਰਧਾਨ ਵਾਲੀ ਕੁਰਸੀ ਇਹਦਾ ਵੀ ਹੱਲ ਕਰ ਦਿੰਦੇ ਆ ਜੀ। ਇਹਦਾ ਵੀ ਹੱਲ ਮੇਰੇ ਤੋਂ ਹੋਰ ਵੀ ਸੁਣ ਲਓ ਜੀ। ਸਾਫ ਸੁਥਰੇ ਇਲੈਕਸ਼ਨ ਕਰਾ ਦਿਓ ਜੀ। ਹੱਲ ਮੇਰੇ ਕੋਲ 1 ਲੱਖ ਰੁਪਏ ਮੇਰੀ ਤਨਖਾਹ ਹੈ ਜੀ। ਉਹਦੇ ਵਿੱਚੋਂ ਮੇਰੀ 50-60 ਹਜ਼ਾਰ ਰੁਪਏ ਦੀ ਕਿਸ਼ਤ ਜਾਂਦੀ। ਉਹਦੇ ਵਿੱਚੋਂ ਜੋ ਬਚਦਾ, ਜੇ ਤੁਹਾਨੂੰ ਲੱਗਦਾ ਵਕੀਲ ਵਾਸਤੇ ਵੀ ਮੇਰੇ ਦਾ ਯੋਗਦਾਨ ਪਾਉਣਾ, ਉੱਥੇ ਵੀ ਮੈਂ ਤਿਆਰ ਬੈਠਾ ਮੇਰੇ ਵੱਲੋਂ। ਤੁਹਾਡੀ ਦੂਜੀ ਗੱਲ ਹੋ ਗਈ ਵੀ ਮੇਰਾ ਫਰਜ਼ ਬਣਦਾ ਦੱਸਣਾ। ਦੂਜੀ ਗੱਲ ਹੈ ਜੀ, ਮੈਂ ਆਪਣੇ ਆਪ ਜਿਹੜੇ ਬੰਦੇ ਆ ਇਹਨਾਂ ਨੂੰ ਕਈ ਵਾਰੀ ਪਹਿਲਾਂ ਵੀ ਮੀਟਿੰਗ ਕੀਤੀ। ਗੱਲ ਇਹ ਆ ਕਿ ਇੱਥੇ ਕੋਈ ਇਕੱਠਾ ਹੋਣਾ ਹੀ ਨਹੀਂ ਚਾਹੁੰਦਾ। ਮੈਨੂੰ ਅੱਛਾ ਤੁਸੀਂ ਕਹਿੰਦੇ ਮੈਨੂੰ ਡਰ ਲੱਗਦਾ ਕਿ ਕਿਉਂ ਇੱਥੇ ਅੱਜ ਤੱਕ ਜਿਹੜਾ ਵੀ ਪ੍ਰਧਾਨ ਬਣੇ ਉਹਨੇ ਇਸ ਯੂਨੀਅਨ ਦਾ ਬੇੜਾ ਗਰਕ ਕੀਤਾ ਜੀ। ਅੱਜ ਤੱਕ ਬੇੜਾ ਗਰਕ ਕੀਤਾ ਜੀ। ਮੈਨੂੰ ਇਹ ਡਰ ਲੱਗਦਾ ਕਿ ਨਹੀਂ, ਇੱਥੇ ਜਿਹੜਾ ਭਲਾ ਹੋਣਾ ਚਾਹੀਦਾ ਤਾਂ ਕਰਕੇ ਆ। ਜਦੋਂ ਆਪਾਂ ਨੂੰ ਕਰਿਆ ਉਹਦਾ ਵੀ ਹੱਲ ਕਰਦੇ ਆ ਤੇ ਆਪਸੀ ਟਸਲਬਾਜ਼ੀ ਵੀ ਆਪਾਂ ਖਤਮ ਕਰਦੇ ਆ। ਮੈਂ ਤੁਹਾਡੇ ਨਾਲ ਆ ਜੀ, ਵਿੱਚ ਬੈਠਣ ਨੂੰ ਤਿਆਰ ਆ। ਮੇਰੇ ਤੋਂ ਕੁਝ ਸਾਈਨ ਕਰਾਉਣਾ, ਕੁਝ ਵੀ ਕੋਰੇ ਕਾਗਜ਼ ਤੇ ਸਾਈਨ ਕਰਾ ਲਓ। ਇਸ ਤੋਂ ਵੱਡੀ ਮੈਂ ਗੱਲ ਆ ਲਓ, ਅੱਜ ਕਰਾਉਣਾ ਅੱਜ ਕਰਾ ਲਓ, ਕੱਲ ਕਰਾ ਲਓ। ਸਾਡੀ ਅਸੀਂ ਨਹੀਂ ਗਲਤ ਕਹਿੰਦੇ ਕਿਸੇ ਨੂੰ। ਬਹੁਤ ਮਿਹਨਤ ਕੀਤੀ ਕੋਈ ਅਸੀਂ ਗਲਤ ਨਹੀਂ ਕਹਿੰਦੇ। ਸਾਡੀਆਂ ਮੇਨ ਮੰਗਾਂ ਤਾਂ ਇਹੀ ਹੈ ਜੀ, ਜਿਹੜੀਆਂ ਸਾਡਾ ਰੋਜੀ ਰੋਟੀ ਦਾ ਸਵਾਲ ਹੈ ਉਹ ਚੱਲਦਾ ਆ ਰਿਹਾ ਵੀ ਸਾਡੀ ਸੁਸਾਇਟੀ ਹੈ, ਜਿਹੜੇ ਲੈਟਰਾਂ ਬਾਰੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਜਾਣੂ ਕਰਵਾਇਆ। ਹੁਣ ਜਿਹੜੇ ਅੱਜ ਇਹਨਾਂ ਨੇ ਸਾਡੇ ਵਿਚਕਾਰ ਸਾਨੂੰ ਦੱਸ ਰਹੇ ਵੀ ਭਾਈ ਤੁਹਾਡਾ ਵਿੱਚ ਕੋਈ ਆਪਸ ਵਿੱਚ ਕੋਈ ਮਤਭੇਦ 2-4 ਬੰਦੇ ਕਰਿਆ ਕਰਦੇ, ਸਾਡੇ ਵਿੱਚ ਕੋਈ ਮਤਭੇਦ ਵਾਲਾ ਬੰਦਾ ਹੈ ਨਹੀਂ, ਨਾ ਅਸੀਂ ਕਿਸੇ ਨੂੰ ਮਿਸਗਾਈਡ ਕਰਿਆ ਕਰਦੇ। ਤੁਸੀਂ ਆਮ ਜਨਤਾ ਹੈ, ਅਸੀਂ ਆਮ ਜਨਤਾ ਦੀ ਵੀ ਤੁਹਾਡੇ ਸਾਹਮਣੇ ਹਾਂ ਦਾ ਨਾਰਾ ਲਵਾ ਦਿੰਦੇ ਆ ਜੀ ਵੀ ਕਿਹੜੇ ਬੰਦੇ ਭਾਈ ਕਿਆ ਕੁਝ ਕਰ ਰਹੇ। ਸਾਡੀ ਰੋਜੀ ਰੋਟੀ ਹੈ, ਰੋਜੀ ਰੋਟੀ ਵਾਸਤੇ ਅਸੀਂ 4 ਲੱਖ ਦਾ ਵਕੀਲ ਕੀਤਾ ਜੀ, ਜਿਹੜਾ ਉਹ ਕਰਕੇ ਸਾਡੀ ਰੋਜੀ ਰੋਟੀ ਬਚੀ ਹੈ। ਤਾਂ ਇਹ ਜਿਹੜਾ ਮੰਤਰੀ ਸਾਹਿਬ ਨੇ ਸਾਨੂੰ ਇਹੀ ਆਸ਼ਵਾਸਨ ਹੈ, ਉਹ ਤਾਂ ਪਹਿਲਾਂ ਵੀ ਇਹੀ ਆਸ਼ਵਾਸਨ ਉਹ ਹੁੰਦੇ ਉਹਦੇ ਜਿਹੜੇ ਲਿਖਤੀ ਰੂਪ ਵਿੱਚ ਹੁੰਦੇ। ਉਹ ਕਹਿੰਦੇ ਵੀ ਅਸੀਂ ਇੱਥੇ ਨੀਚੇ ਬੈਠ ਜਾਂਦੇ ਆ, ਨੀਚੇ ਬੈਠ ਕੇ ਵੀ ਅਸੀਂ ਕਹਿੰਦੇ ਵੀ ਭਾਈ ਸਾਨੂੰ ਲੋੜ ਨਹੀਂ ਹਲੇ ਬਿਠਾਣ ਦੀ, ਜਦ ਦਿਨ ਸਾਡੇ ਹੱਥ ਖੜੇ ਹੋ ਜੂਗੇ ਉਦੋਂ ਤੁਹਾਨੂੰ ਦੇਖ ਲੂਗੇ ਭਾਈ ਬਿਠਾਲ ਕੇ। ਜੇ ਤੁਸੀਂ ਔਖੇ ਵੇਲੇ ਸਾਡਾ ਵੈਸੇ ਔਖਾ ਵੇਲਾ ਸਾਡੇ ਨਾਲ ਹੁਣ ਇਸ ਟਾਈਮ ਚੱਲਿਆ ਕਰਦਾ। ਸਾਡਾ ਮੇਨ ਹੈ, ਸਾਡਾ ਮੇਨ ਮਕਸਦ ਹੈ ਜੀ, ਸਾਡਾ ਕੇਸ ਚੱਲ ਪਿਆ ਜੀ। ਤੁਹਾਨੂੰ ਦਿਖਾਇਆ ਵੀ ਲੈਟਰ ਚਿੱਠੀਆਂ ਕੀਤੀਆਂ ਗਈਆਂ ਸਾਡੀਆਂ ਉਹਨਾਂ ਚਿੱਠੀਆਂ ਦਾ ਮੇਨ ਮਕਸਦ, ਜੇ ਸਾਡਾ ਕੋਈ ਵੀ ਸਾਡਾ ਢੰਗ ਹੁੰਦਾ ਜਾਂ ਠੀਕ ਹੁੰਦਾ, ਮੈਂ ਤਾਂ ਸਿੱਧੀ ਗੱਲ ਕਰਤੀ ਵੀ ਮੰਤਰੀ ਸਾਹਿਬ ਨੂੰ ਸਾਡੇ ਨਾਲ ਜੋ ਵੀ ਮਿਲਣਾ ਹੈ ਸਾਨੂੰ ਟਾਈਮ ਟੂ ਟਾਈਮ ਮਿਲਣਾ ਚਾਹੀਦਾ। 3-4 ਘੰਟੇ ਦਾ ਅਸੀਂ ਜ਼ਿਕਰ ਵੀ ਕਰਤਾ ਜੀ ਤੁਹਾਡੇ ਸਾਹਮਣੇ, ਇੱਧਰ ਪਹਿਲਾਂ ਵੀ ਮੈਂ ਬੋਲ ਚੁੱਕਿਆ। ਉਹ ਤੋਂ ਇਲਾਵਾ ਜਿਹੜੀ ਸਾਡੀ ਮੇਨ ਮੰਗ ਹੈਗੀ ਹੈ, ਸਾਡਾ ਕੇਸ ਚੱਲਿਆ ਕਰਦਾ 15/12/2022 ਤੱਕ। ਇਹ ਤੋਂ ਪਹਿਲਾਂ ਸਾਨੂੰ ਲਿਖਤੀ ਲਿਆ ਦੇਣ, ਉਹ ਲਿਖਤੀ ਵਿੱਚ ਆ ਜਾਵੇ ਸਾਨੂੰ ਵੀ ਜਿਹੜੀਆਂ ਸੁਸਾਇਟੀਆਂ ਜਾਂ ਯੂਨੀਅਨ ਆਏ ਭਗਵੰਤ ਮਾਨ ਜੀ ਤੋਂ ਚਾਹੇ ਲੁਕਾ ਕੇ ਦੇ ਦੇਣ ਵੀ ਇਹ ਬਹਾਲ ਹੋ ਗਿਆ ਜੀ। ਤੁਹਾਨੂੰ ਯਕੀਨ ਹੈਗਾ ਨਾ ਮੰਤਰੀ ਸਾਹਿਬ ਤੇ? ਜਿਹੜੀ ਆਸ ਆ ਯਕੀਨ ਆ, ਇਹ ਤਾਂ ਹੁਣ ਦੇਖਣਾ ਪੈਣਾ ਸਾਨੂੰ। ਜਾਂ ਹੁਣ ਜੋ ਤੁਹਾਡੇ ਸਾਹਮਣੇ ਤੁਹਾਨੂੰ ਵੀ ਯਕੀਨ ਆ, ਜੋ ਬੋਲਤਾ ਤੁਹਾਡੇ ਕੋਲ ਵੀ ਰਿਕਾਰਡ ਹੋ ਗਿਆ, ਉਹ ਕਹਿੰਦੇ ਵੀ ਨਾਲ ਧਰਨੇ ਤੇ ਵੀ ਬੈਠੂਗਾ ਜੀ ਨਾਲ। ਜੇ ਧਰਨੇ ਤੇ ਬੈਠ ਕੇ ਤਾਂ ਹੋਰ ਵਧੀਆ। ਪੇਮੈਂਟਾਂ ਦਾ ਕਿਹਾ ਜੀ? ਪੇਮੈਂਟਾਂ ਦਾ ਜਿਹੜਾ ਉਹ ਕਹਿ ਰਹੇ ਪੇਮੈਂਟਾਂ ਹਾਲੇ ਸਾਡੀਆਂ ਕੋਈ ਨਹੀਂ ਪਈਆਂ ਜੀ। ਪੇਮੈਂਟਾਂ ਹਾਲੇ 10-15% ਪੇਮੈਂਟਾਂ ਪਈਆਂ ਸਾਡੀਆਂ। ਬਾਕੀ ਪੇਮੈਂਟਾਂ ਦਾ ਆਇਆ ਹੀ ਸਾਡਾ ਜਿਹੜਾ ਪ੍ਰਸ਼ਾਸਕ ਹੈ 12 ਵਜੇ ਆ ਰਿਹਾ। 12 ਵਜੇ ਤੋਂ ਬਾਅਦ ਦੱਸੋ ਵੀ ਕਿਹੜੀ ਪੇਮੈਂਟ ਪੈ ਜਾਂਦੀ ਹੈ। ਤੁਹਾਡੀ ਮੰਗ ਸੀਗੀ, ਉਹਨਾਂ ਨੇ ਕਿਹਾ ਉਹਦੇ ਬਾਰੇ ਹਲੇ ਕੋਈ ਬੋਲੇ ਨਹੀਂ। ਉਹ ਕਹਿੰਦੇ ਦੇਖੋਗੇ ਜੋ ਕੁਝ ਵੀ ਗੱਲਬਾਤ ਹੋਈ ਤੁਹਾਡੇ ਸਾਹਮਣੇ ਹੋਇਆ ਜੀ। ਤੁਹਾਡਾ ਹੁਣ ਕਿੱਥੇ ਜਾਏਗਾ? ਧਰਨਾ ਹਲੇ ਸਾਡਾ ਜਿੱਦਾਂ ਵੀ ਆ, ਹੁਣ ਅਸੀਂ ਸਲਾਹ ਕਰਨੀ ਆਪਸ ਵਿੱਚ ਸਾਡਾ ਜਿਹੜੇ ਬੰਦੇ ਬੈਠੇ ਆ ਜੀ, ਅਸੀਂ ਇਹਨਾਂ ਨੂੰ ਪੁੱਛਣਾ ਵੀ ਜਿੱਦਾਂ ਕਹੋਗੇ ਜਾਰੀ ਰੱਖਣਾ ਤਾਂ ਜਾਰੀ ਰੱਖਾਂਗੇ, ਜੇ ਕਹੋਗੇ ਤਾਂ ਚੱਕਣਾ ਤਾਂ ਚੱਕ ਲਵਾਂਗੇ ਜੀ। ਉਹ ਸਾਡਾ ਆਪਸ ਵਿੱਚ ਜਨਤਕ ਹੋ ਗਿਆ, ਅਸੀਂ ਆਪਸ ਵਿੱਚ ਫੈਸਲਾ ਲੈਂਦੇ ਜੀ।